कमाइयां 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास A, B ते P ਦੀ ਟ੍ਰੇਨਿੰਗ ਕਾਰਸ ਬੱਸਿਸ ਬਾਕਸ ਟਰੱਕ ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। जी हाँ, अकाल ट्रक एंड ट्रेलर सेंटर विनीपेग कैनेडा ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇਨਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ, ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਲੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਲੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Truck Lube। ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਰੇ ਹੀ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਸਬੀਰ ਸਿੰਘ ਪੱਟੀ ਹੋਣਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਖਤੌਰ ਢਿੱਲੋਂ ਸਾਹਿਬ ਤੇ ਸਮੁੱਚੀ ਰੇਡੀਓ ਪੰਜਾਬ ਦੀ ਟੀਮ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਫਰਵਰੀ ਮਹੀਨੇ ਦੀ 11 ਤਰੀਕ ਹੈ ਜੀ, ਅਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:31 ਅਤੇ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਹਫ਼ਤੇ ਦੇ 5 ਦਿਨ ਸ਼ਾਮੀ 6:30 ਵਜੇ ਤੋਂ ਪੇਸ਼ ਕੀਤਾ ਜਾਂਦਾ। ਹੁਣ ਇਸ ਪ੍ਰੋਗਰਾਮ ਵਿੱਚ ਦੋਸਤੋ ਕੁਝ ਪਲਾਂ ਬਾਅਦ ਤੁਹਾਡੇ ਰੂਬਰੂ ਕਰਾਂਗੇ ਖਬਰਾਂ ਦੇ ਉੱਤੇ ਟਿੱਕਾ ਟਿੱਪਣੀ ਲੈ ਕੇ। ਮੇਰੇ ਨਾਲ ਜੁੜੇ ਨੇ ਸੀਨੀਅਰ ਜਰਨਲਿਸਟ ਸਰਦਾਰ ਜਸਬੀਰ ਸਿੰਘ ਜੀ ਪੱਟੀ। ਪੱਟੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਮੇਰੇ ਵੱਲੋਂ ਜੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਚਲਦੀ ਚੋਣ ਮੁਹਿੰਮ ਦੇ ਵਿੱਚ
ਜਿਹੜੀ ਹੈ ਇੱਕ ਖਬਰ ਹਰ ਇੱਕ ਪਾਰਟੀ ਚੋਣ ਮੁਹਿੰਮ ਦੇ ਵਿੱਚ ਹੁਣ ਭਖੀ ਹੋਈ ਹੈ, ਚੋਣ ਮੁਹਿੰਮਾਂ ਜ਼ੋਰਾਂ 'ਤੇ ਹੈ। ਤਾਂ ਚਲਦੀ ਚੋਣ ਮੁਹਿੰਮ ਦੇ ਵਿੱਚ ਜਿਹੜੀ ਤਾਜ਼ਾ ਖਬਰਾਂ ਆ ਰਹੀਆਂ ਨੇ ਉਹ ਭਗਵੰਤ ਮਾਨ 'ਤੇ ਹੋਏ ਹਮਲੇ ਦੀ ਹੈ। ਅੱਖ ਮਲਦੇ ਰਹਿ ਗਏ ਜੀ, ਕੀ ਆ ਪੂਰਾ ਮਾਮਲਾ ਜੀ? ਐਕਚੁਅਲੀ ਬੇਸਿਕਲੀ ਜੀ ਕੁਝ ਪੱਤਰਕਾਰ ਹੁੰਦੇ ਤਮਾਸ਼ਬੀਨ ਕਿਸਮ ਦੇ ਜੀ। ਤੁਸੀਂ ਉਹ ਪੂਰੀ ਵੀਡੀਓ ਵੇਖੋ, ਕਿਤੇ ਵੀ ਉਹਨਾਂ ਨੂੰ ਕੋਈ ਰੋੜਾ ਵੱਜਦਾ ਦਿਖਾਈ ਨਹੀਂ ਦਿੰਦਾ ਜੀ। ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਭਗਵੰਤ ਮਾਨ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਮੀਂਹ ਵਾਂਗੂ ਕੀਤੀ ਗਈ ਜੀ। ਜੋ ਸਾਹਮਣੇ ਵੀਡੀਓ ਚ ਹੁੰਦਾ ਵੀ ਹੋ ਸਕਦਾ ਵੀ ਕੋਈ ਫੁੱਲ ਦੀ ਪੱਤੀ ਉਹਨਾਂ ਦੀ ਜਿਹੜੀ ਅੱਖ ਸੀ, ਖੁੱਲੀ ਅੱਖ ਤੇ ਲੱਗੀ ਤੇ ਉਹਨੂੰ ਆਪਣੀ ਅੱਖ ਮਿਲਣੀ ਪੈ ਗਈ ਜੀ। ਅਜੇ ਤੱਕ ਕਿਸੇ ਪੁਲਿਸ ਅਫਸਰ ਨੇ, ਕਿਸੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਕਿਸੇ ਨੇ ਕਨਫਰੰਸ ਨਹੀਂ ਕੀਤਾ ਵੀ ਵਾਕਿਆ ਇਹ ਰੋੜਾ ਵੱਜਾ ਜੀ। ਸਾਰੇ ਕਹਿੰਦੇ ਵੀ ਨਹੀਂ ਰੋੜਾ ਕੋਈ ਵੱਜਿਆ, ਇਹ ਖਬਰ ਫੈਲਾਈ ਜਾ ਰਹੀ ਆ, ਉਹਦੇ ਕਾਰਨ ਕਈ ਹੋਰ ਵੀ ਹੋ ਸਕਦੇ ਜੀ। ਇਸ ਕਰਕੇ ਇਹ ਕਿਹਾ ਜ਼ਰੂਰ ਜਾ ਰਿਹਾ ਵਾ, ਲੇਕਿਨ ਮੈਂ ਸੋਚਦਾ ਵੀ ਜੇ ਰੋੜਾ ਵੱਜਾ ਫੁੱਲਾਂ ਦੇ ਪਾ ਕੇ ਤੇ ਬੜੀ ਚੰਗੀ ਗੱਲ ਆ। ਉਹ ਬੰਦੇ ਦੀ ਮਾਨਸਿਕਤਾ ਕਿੰਨੀ ਕੋਈ ਸਾਧੂ ਸੋਚ ਵਾਲੀ ਹੋ ਗਈ, ਇਹਨੇ ਮਾਰਿਆ ਰੋੜਾ ਜੀ। ਨਾਲੇ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਤੁਹਾਨੂੰ ਪਤਾ ਹੋਏਗਾ ਬਕਾਇਦਾ ਤੌਰ ਤੇ ਕੇਜਰੀਵਾਲ ਤੋਂ ਪ੍ਰਚਾਰ ਕਰ ਰਹੇ ਸੀ ਆਪਣਾ 2020 ਦੇ ਵਿੱਚ, ਬਕਾਇਦਾ ਤੌਰ ਤੇ ਇੱਕ ਵਿਅਕਤੀ ਨੇ ਚਪੇੜ ਮਾਰਤੀ ਸੀ ਜੀ। ਇੱਕ ਬੰਦੀ ਨੇ ਉਹਦੇ ਵਿੱਚ ਕਾਲੀ ਸ਼ਾਹੀ ਛੁੱਟਤੀ, ਜਿਨ੍ਹਾਂ ਦੀ ਮਾਨਸਿਕਤਾ ਬਿਮਾਰ ਮਾਨਸਿਕਤਾ ਦੇ ਮਾਲਕ ਹੋਣ, ਉਹਦੇ ਇਹੋ ਜਿਹੇ ਕੰਮ ਕਰਦੇ, ਉਹ ਆਪਣਾ ਪ੍ਰਚਾਰ ਕਰ ਰਹੇ ਨੇ, ਆਪਣਾ ਰੋਡ ਸ਼ੋਅ ਕਰ ਰਹੇ ਨੇ, ਲੋਕਾਂ ਤੇ ਸ਼ਾਹ ਵਾ ਜੀ। ਉਹ ਸ਼ਾਹ ਨੂੰ ਵੇਖ ਕੇ ਵਿਰੋਧੀ ਵੀ ਘਬਰਾ ਜਾਂਦੇ ਉੱਥੇ ਜੀ। ਉਹ ਫਿਰ ਇਹੋ ਜਿਹੀ ਅਫਵਾਹ ਡਾਉਂਦੇ ਨੇ, ਉਹਦੇ ਨਾਲ ਸਗੋਂ ਉਹਨਾਂ ਨੂੰ ਪਾਪੂਲੈਰਿਟੀ ਮਿਲੀ, ਜਿਹਨੂੰ ਨਹੀਂ ਸੀ ਪਤਾ ਲੱਗਾ ਵੀ ਉਹਨਾਂ ਜਾ ਕੇ ਅਟਾਰੀ ਦੇ ਵਿੱਚ ਸਰਹੱਦੀ ਖੇਤਰ ਦੇ ਵਿੱਚ, ਜਿਹੜਾ ਕਿਸੇ ਵੇਲੇ ਅਕਾਲੀ ਦਲ ਦਾ ਗੜ੍ਹ ਹੁੰਦਾ ਸੀਗਾ ਜੀ, ਉੱਥੇ ਜਾ ਕੇ ਇੰਨਾ ਵੱਡਾ ਸ਼ੋਅ ਕੀਤਾ, ਇੰਨਾ ਵੱਡਾ ਰੋਡ ਮਾਰਚ ਕੀਤਾ ਵੀ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਤੇ ਮਤਲਬ ਲੋਕ ਚਾਹੁੰਦੇ ਕੀ, ਫਿਰ ਉਹਨਾਂ ਦੀ ਮਾਨਸਿਕਤਾ ਪਤਾ ਲੱਗਦਾ ਹੀ ਹੈ। ਬਿਲਕੁਲ। ਇਸ ਕਰਕੇ ਜਿਹੜੀ ਮੇਰੀ ਇਨਫੋਰਮੇਸ਼ਨ, ਮੈਂ ਇੱਕ ਦੋ ਹੋਰ ਪੱਤਰਕਾਰ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਗਲਤ ਖਬਰ ਫੈਲਾਈ ਗਈ ਆ, ਕਿਸੇ ਕਿਸਮ ਦਾ ਕੋਈ ਰੋੜਾ ਨਹੀਂ ਵੱਜਾ, ਕੁਛ ਨਹੀਂ ਵੱਜਾ। ਉਹ ਪੋਸੀਬਿਲਿਟੀ ਹੈ ਕਿ ਉਹ ਜਿਹੜੀ ਫੁੱਲਾਂ ਦੀਆਂ ਪੱਤੀਆਂ ਜਦੋਂ ਹੋਈਆਂ ਮੀਂਹ ਵਾਂਗੂ ਵਰੀਆਂ ਤੋਂ ਕਿਤੇ ਅੱਖ ਖੁੱਲੀ ਰਹਿ ਗਈ, ਤੋਂ ਪੱਤੀ ਕਿਤੇ ਅੱਖ 'ਚ ਵੱਜ ਗਈ, ਤੇ ਫਿਰ ਬੰਦੇ ਨੂੰ ਪਤਾ ਕਿੱਡਾ ਨਾਜ਼ੁਕ ਅੱਖ, ਕਿੱਡਾ ਨਾਜ਼ੁਕ ਅੰਗ ਸਾਡਾ ਹੈਗਾ ਜੀ। ਜੀ 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 ਜੀ। ਪੱਟੀ ਸਾਹਿਬ ਸਰ ਨੇ ਇੱਕ ਵਾਰ ਪੰਜਾਬ 'ਚ ਆਉਂਦੇ ਆ, ਪੰਜਾਬ ਦੇ ਬਠਿੰਡਾ ਦੇ ਇਲਾਕੇ ਵਿੱਚ ਆ ਕੇ ਉਹ ਪ੍ਰੈਸ ਕਾਨਫਰੰਸ ਕਰਦੇ ਆ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ, ਤੇ ਅਪੀਲ ਕਰਦੇ ਆ ਬੇਅਦਬੀ ਕਰਨ ਵਾਲਿਆਂ ਨੂੰ ਵੋਟਾਂ ਨਾ ਪਾਉਣ ਦੀ, ਪੰਜਾਬ ਦੇ ਲੋਕਾਂ ਨੂੰ। ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਮੈਂ ਕਹਿ ਦਿਆਂ ਕਿ ਸਰ ਨੇ ਜਿਹੜੇ ਪੋਲੀਟੀਸ਼ੀਅਨ ਨਹੀਂ ਜੀ, ਅੱਜ ਤੱਕ ਉਹਨਾਂ ਆਪ ਕੋਈ ਸਿਆਸੀ ਚੋਣ ਨਹੀਂ ਲੜੀ, ਲੇਕਿਨ ਜਿਹੜੀ ਕਾਂਗਰਸ ਦੇ ਨਾਲ ਉਹਨਾਂ ਦਾ ਹਿਸਾਬ ਦਾ ਰੱਖਣਾ, ਉਹਨਾਂ ਮੇਲ ਜੋਲ ਰੱਖਣਾ ਦੀ ਮਜਬੂਰੀ ਬਣ ਗਿਆ ਸੀ ਜੀ। ਮਜਬੂਰੀ ਇਸ ਬਣ ਗਿਆ ਸੀ ਵੀ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਬਣਦੇ, ਜੇ ਸਰਕਾਰ ਕੋਲ ਕੰਮ ਲੈਣੇ ਤਾਂ ਤੁਹਾਨੂੰ ਸਰਕਾਰ ਦੇ ਨਾਲ ਮੇਲ ਜੋਲ ਰੱਖਣਾ ਹੀ ਪਏਗਾ ਜੀ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਕਹਿੰਦੇ ਸਾਡੀ ਮਜਬੂਰੀ ਹੈ ਜੀ, ਅਸੀਂ ਸੰਸਥਾਵਾਂ ਚਲਾਉਂਦੇ ਆ, ਇੱਕ ਵੱਡੀ ਸੰਸਥਾ ਚਲਾਉਂਦੇ ਆ, ਸਾਡੀ ਮਜਬੂਰੀ ਹੈ ਸਰਕਾਰ ਨਾਲ ਮਿਲ ਕੇ ਚੱਲਣ ਦੀ, ਵੀ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਨਾਲ ਮਿਲ ਕੇ ਚੱਲਾਂਗੇ ਤੇ ਸਾਨੂੰ ਕੁਝ ਫੰਡ ਮਿਲ ਜਾਣਗੇ, ਕੁਝ ਉਹਨਾਂ ਨਾਲ ਮੇਲ ਜੋਲ ਹੋਊਗਾ, ਸਾਡੇ ਤੇ ਉਹਦੀ ਸਖਤੀ ਨਹੀਂ ਕਰਨਗੇ। ਇਹ ਮਜਬੂਰੀ ਹੁੰਦੀ ਹੈ ਜੀ। ਤੁਸੀਂ ਅੱਜ ਦੀ ਡੇਟ 'ਚ ਵੇਖ ਲਓ, ਅੱਜ ਦੀ ਡੇਟ ਤੇ ਉੱਥੇ ਦਿੱਲੀ ਕਮੇਟੀ ਤੇ ਪੂਰੀ ਤਰ੍ਹਾਂ ਕਬਜ਼ਾ ਜਿਹੜਾ RSS ਤੇ BJP ਦਾ ਹੋ ਚੁੱਕਾ ਵਾ ਜੀ। ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ ਆ ਵੀ ਬੇਅਦਬੀ ਵਾਲੇ ਜਿਹੜੇ ਨੇ, ਜਿਨ੍ਹਾਂ ਨੇ ਬੇਅਦਬੀ ਕੀਤੀ, ਵੈਸੇ ਤੇ ਹਾਲਤ ਕਾਫੀ ਨਾਜ਼ੁਕ ਦੱਸਦੇ ਲੋਕ, ਲੇਕਿਨ ਬੇਅਦਬੀ ਵਾਲਿਆਂ ਨੂੰ ਵਾਕਿਆ ਹੀ ਜਿਹੜੀ ਆ ਉਹਦਾ ਕੋਈ ਹਿਸਾਬ ਲਿਆ ਜਾਣਾ ਚਾਹੀਦਾ। ਜਿਹੜਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਚਿਰ ਉਹਦਾ ਨਾਲ ਕੋਈ ਰੋਟੀ ਬੇਟੀ ਸਾਂ ਨਹੀਂ ਰੱਖੀ ਜਾਣੀ ਚਾਹੀਦੀ ਜੀ, ਭਾਵੇਂ ਕੋਈ ਵੀ ਹੋਵੇ ਜੀ। ਜੀ ਪੱਟੀ ਸਾਹਿਬ, ਪੰਜਾਬ ਵਿੱਚ ਨਸ਼ਿਆਂ ਦਾ ਵਪਾਰੀ, ਪੁਲਿਸ ਅਧਿਕਾਰੀ ਤੇ ਖੇਡ ਪ੍ਰਮੋਟਰ ਜੀਤਾ, ਇਹਦੇ ਸਮੇਤ 3 ਨੂੰ STF ਨੇ ਚੁੱਕਿਆ ਜੀ, ਕੀ ਆ ਪੂਰਾ ਮਾਮਲਾ? ਜੀ ਜੀ ਵੇਖੋ ਜੀ, ਜਿੱਥੋਂ ਤੱਕ ਜੀਤੇ ਦੀ ਗੱਲ ਆ, ਇਹ ਸਮਝ ਨਹੀਂ ਆਉਂਦੀ ਵੀ ਇਹ ਲੋਕ ਜਿਹੜੇ ਸਾਡੇ ਬਕਾਇਦਾ ਤੌਰ ਤੇ ਹੁੰਦੇ ਨੇ ਜੀ, ਖਿਡਾਰੀ ਹੁੰਦੇ, ਇਹ ਸਾਡੇ ਪ੍ਰਮੋਟਰ ਹੁੰਦੇ ਹਰ ਗੱਲ ਦੇ ਜੀ। ਇਹ ਪ੍ਰਮੋਟਰ ਨੇ, ਇਹ ਜਿਹੜਾ ਜੀਤਾ ਵਾ ਵਿਦੇਸ਼ਾਂ 'ਚ ਵੀ ਕਾਫੀ ਜਾ ਆ, ਅਮਰੀਕਾ 'ਚ ਵੀ ਜਾ ਰਿਹਾ ਵਾ, ਸਾਡੇ ਆਪਣੇ ਜਿਹੜੇ ਆਪਣੇ ਕੈਨੇਡਾ ਵੀ ਜਾ ਆ, ਸਭ ਜਗ੍ਹਾ ਜਾ ਆ ਜੀ। ਕਾਫੀ ਪਕੜ ਹੈ ਇਹਦੀ ਜੀ। ਕਿਸੇ ਵੇਲੇ ਤੁਹਾਨੂੰ ਪਤਾ ਹੋਏਗਾ ਹਰਜੀਤ ਬਾਜਾਖਾਨਾ ਨਾਮ ਸੁਣਿਆ ਹੋਣਾ ਤੁਸੀਂ? ਬਿਲਕੁਲ ਜੀ। ਹਰਜੀਤ ਬਾਜਾਖਾਨਾ ਜਦੋਂ ਪਾਕਿਸਤਾਨ ਖੇਡਣ ਗਿਆ ਸੀ ਤੇ ਬਕਾਇਦਾ ਤੌਰ ਤੇ ਉੱਥੋਂ ਦੇ ਜਿਹੜੇ ਸਾਡੇ ਹੈਗੇ ਸੀ ਪ੍ਰਧਾਨ ਮੰਤਰੀ,
ਉਹਨਾਂ ਨੇ ਆਪਣੇ ਖਿਡਾਰੀਆਂ ਨੂੰ ਕਿਹਾ ਸੀ ਵੀ ਜਿਹੜਾ ਬੰਦਾ ਇਹਨੂੰ ਰੀਡ ਕਰ ਰਿਹਾ ਇਹਨੂੰ ਫੜੂਗਾ ਉਹਨੂੰ ਇੱਕ ਜਾਫੇ ਦਾ ਜਿਹੜਾ ਸੀ ਉਹ ਲੱਖ ਰੁਪਏ ਨਾਲ ਦਿੱਤਾ ਜਾਊਗਾ ਜੀ। ਲੇਕਿਨ ਸਾਡਾ ਉਹ ਏਡਾ ਵੱਡਾ ਖਿਡਾਰੀ ਸੀ, ਭੰਗ ਦੇ ਭਾਰ ਚਲੇ ਗਿਆ। ਲੇਕਿਨ ਉਹਨੇ ਜਿਹੜੀ ਸਾਨੂੰ ਸੇਧ ਦਿੱਤੀ ਸੀ ਉਹ ਸੇਧ ਇੱਕ ਵੱਖਰੀ ਕਿਸਮ ਦੀ ਸੀ ਕਿ ਉਹਨੇ ਕਿਹਾ ਸੀ ਨਹੀਂ ਵੀ ਭਾਈ ਨਸ਼ੇ ਛੱਡੋ ਤੇ ਖੇਡਾਂ ਅਪਣਾਓ ਜੀ, ਤੁਹਾਨੂੰ ਖੇਡਾਂ ਅਪਣਾਓ। ਇਸ ਕਰਕੇ ਉਹ ਜਿਹੜਾ ਹੈਗਾ ਸੀ ਜੀਤੇ ਦੇ ਨਾਲ ਜਿਹੜਾ ਇਕੱਲਾ ਉਹ ਨਹੀਂ ਜੀ, ਅੱਜ ਜੀਤੇ ਦੇ ਨਾਲ ਇੱਕ ਮਨੀਸ਼ ਥਾਣੇਦਾਰ ਤੇ ਇੱਕ ACP ਜਿਹਨੂੰ DSP ਵੀ ਕਹਿੰਦੇ ਬਿਮਲ ਕਾਂਤ ਸਾਬਕਾ DSP ਜੀ, 3 ਬੰਦੇ ਕੱਲ ਉਸ ਜਿਹੜੀ ਸਾਡੀ STF ਹਰਪ੍ਰੀਤ ਸਿੰਘ ਸਿੱਧੂ ਵਾਲੀ ਜਿਹਨੇ ਉਹਨੇ ਚੁੱਕੇ ਸੀ, ਜਿਹਨੇ ਇੱਕ ਰਿਪੋਰਟ ਸਬਮਿਟ ਕੀਤੀ ਸੀ ਵੀ ਕੌਣ ਕਿੱਥੇ ਸ਼ਾਮਲ ਹੈਗਾ। ਉਦੋਂ ਜਦੋਂ ਉਹਨੇ ਆਪਣਾ ਕੰਮ ਕੀਤਾ ਸੀ ਬੜਾ ਜੰਗੀ ਪੱਧਰ ਤੇ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਅਕਾਲੀ ਆਗੂ ਦੀ ਕੋਠੀ ਜਿੱਥੇ ਡਰੱਗ ਬਣਾਈ ਜਾਂਦੀ ਸੀਗੀ, ਉਹ ਫਿਰ ਜਿਹੜੀ ਅਫਗਾਨਿਸਤਾਨ ਤੋਂ ਡਰੱਗ ਉਹਦੀ ਚ ਮਿਕਸ ਕਰਕੇ ਬਕਾਇਦਾ ਤੌਰ ਤੇ ਨਵੀਂ ਡਰੱਗ ਬਣਾ ਕੇ ਤੇ ਪ੍ਰੋਫਿਟ ਕਮਾਈ ਜਾਂਦਾ ਸੀ ਜੀ। ਉਹ ਬੰਦਾ ਫੜਿਆ ਗਿਆ ਸੀ, ਉਹ STF ਦਾ ਕਮਾਲ ਸੀਗਾ ਜੀ। ਇਹਦੇ ਵਿੱਚ ਵੀ ਉਦੋਂ ਫਿਰ ਬਾਅਦ ਦੇ ਵਿੱਚ ਉਹਦੀ ਜਿਹੜੀ ਸੀ ਬਣਾਈ ਬੜੀ ਖੀਰ ਜਿਹੜੀ ਸੀ ਉੱਤੇ ਸਵਾਹ ਧੂੜ ਦਿੱਤੀ ਗਈ ਸੀ ਕੈਪਟਨ ਸਰਕਾਰ ਵੇਲੇ, ਤੇ ਉਹ ਰੁੱਸ ਕੇ ਮੁੜ ਕੇ ਵਿਦੇਸ਼ ਚਲਾ ਗਿਆ ਸੀ ਪੜ੍ਹਨ ਵਾਸਤੇ ਜੀ। ਜਦੋਂ ਫਿਰ ਚੰਨੀ ਸਾਹਿਬ ਆਏ ਉਹਨਾਂ ਨੇ ਇਮੀਡੀਏਟਲੀ ਵਾਪਸ ਬੁਲਾਇਆ, ਤੂੰ ਆਪਣੇ ਇੱਕ ਚਾਰਜ ਲੈ। ਉਹ ਆਏ ਤੇ ਉਹਨੇ ਕੰਮ ਸ਼ੁਰੂ ਕੀਤਾ ਤੇ ਹੁਣ STF ਜਿਹੜੀ ਹਰਪ੍ਰੀਤ ਸਿੱਧੂ ਵਾਲੀ ਉਹਨੇ ਕਾਰਵਾਈ ਕੀਤੀ। ਜਿਹੜੇ AIG ਸਨੇਹਦੀਪ ਸ਼ਰਮਾ ਉਹਨਾਂ ਨੇ ਇਹ ਗੱਲ ਮੰਨ ਲਈ ਆ ਵੀ ਵਾਕਿਆ 3 ਬੰਦੇ ਸੀ ਗ੍ਰਿਫਤਾਰ ਕੀਤੇ ਤੇ ਇਹਦੇ ਵਿੱਚ ਲੰਮੀ ਲਿਸਟ ਲੱਗਦੀ ਆ ਜੀ। ਇਹਦੇ ਵਿੱਚ ਉਹ ਵੱਡੇ ਅਧਿਕਾਰੀ ਜਿਹੜੇ ਵੱਡੇ ਜਿਨ੍ਹਾਂ ਦੇ ਮੁੱਢਿਆਂ ਤੋਂ ਸਟਾਰ ਤੇ ਸ਼ੇਅਰ ਲਾਉਣ ਦੀ ਜਗ੍ਹਾ ਨਹੀਂ ਰਹੀ ਜੀ, ਉਹ ਵੀ ਸ਼ਾਮਲ ਦੱਸੇ ਜਾਂਦੇ ਆ। ਇਹ ਵੀ ਪਤਾ ਲੱਗਾ ਵੀ 2-3 ਮੰਤਰੀਆਂ ਦੇ ਵੀ ਨਾਂ ਆਉਣ ਡਏ ਆ ਜੀ। ਹੁਣ ਇਹ ਵੇਖਣਾ ਵੀ STF ਪੂਰੀ ਕਾਰਵਾਈ ਕਰਦੀ ਨਹੀਂ ਕਰਦੀ। ਜਿਹੜੇ ਨਸ਼ੇ ਦੇ ਵਪਾਰੀ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੀ ਜਗ੍ਹਾ ਉੱਥੇ ਉਹਨਾਂ ਦੀ ਪਹੁੰਚਾਈ ਜਾਣੀ ਚਾਹੀਦੀ ਆ। ਅਫਸੋਸ ਇਸ ਗੱਲ ਦਾ ਵਾ ਏਡਾ ਤਕੜਾ ਜਿਹੜਾ ਸੀ ਉਹ ਖੇਡਾਂ ਦਾ ਜਿਹੜਾ ਉਹ ਖੇਡਾਂ ਇੱਕ ਏਡਾ ਵੱਡਾ ਸਾਡਾ ਖਿਡਾਰੀ ਹੋਵੇ ਜੀ, ਉਹ ਇਸ ਕੰਮ 'ਚ ਰਲ ਜਾਵੇ ਤੇ ਮਾੜੀ ਗੱਲ। ਤੁਹਾਨੂੰ ਪਤਾ ਹੋਏਗਾ ਜਿਹੜਾ ਜਗਦੀਸ਼ ਭੋਲਾ ਸੀ ਵੀ ਬੜਾ ਤਕੜਾ ਖਿਡਾਰੀ ਸੀਗਾ ਜੀ ਜੀ, ਉਹ ਇਸ ਪਾਸੇ ਹੈ ਤੇ ਕਿੱਥੇ ਖੜਾ ਅੱਜ, ਕਈ ਸਾਲ ਹੋ ਗਏ ਜੇਲ੍ਹ 'ਚ ਬੈਠਾ। ਬਿਲਕੁਲ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਇਹਦੀ ਪੜਤਾਲ ਜਿਹੜੀ ਆ ਬਿਲਕੁਲ ਜਿਹੜੀ ਆ ਗਰਾਊਂਡ ਲੈਵਲ ਤੇ ਕੀਤੀ ਜਾਣੀ ਚਾਹੀਦੀ ਹੈ। ਜਿਹੜਾ ਵੀ ਦੋਸ਼ੀ ਹੈ ਉਹ ਸਾਡੇ ਪੰਜਾਬ ਦਾ ਦੁਸ਼ਮਣ ਆ, ਸਾਡੀ ਜਵਾਨੀ ਦਾ ਦੁਸ਼ਮਣ ਆ, ਸਾਡੇ ਸਮਾਜ ਦਾ ਦੁਸ਼ਮਣ ਆ। ਇਸ ਕਰਕੇ ਉਹਦੇ ਖਿਲਾਫ ਜਿਹੜੀ ਆ ਉਹ ਬਿਲਕੁਲ ਜਿਹੜੀ ਆ ਉਹ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ, ਭਾਵੇਂ ਕਿਸੇ ਵੀ ਰੁਤਬੇ ਤੇ ਬੰਦਾ ਬੈਠਾ ਹੋਵੇ। ਇਸ ਵੇਲੇ 2-3 ਮੰਤਰੀ ਦੇ ਨਾਂ ਆਉਣੇ ਉਹ ਕਾਂਗਰਸ ਲਈ ਘਾਟੇ ਵੰਡਾ ਸੁਧਾ ਹੋ ਸਕਦਾ ਜੀ। ਜੀ, ਅਗਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨਾਲ ਜੁੜੀ ਹੋਈ ਆ। ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਪ੍ਰਾਹੁਣਚਾਰੀ ਦੀ ਤਾਰੀਫ ਕਰਦਿਆਂ ਹੱਡਬੀਤੀ ਇੱਕ ਸਾਂਝੀ ਕੀਤੀ ਹੈ ਜੀ। ਕੀ ਆ ਉਹ ਹੱਡਬੀਤੀ? ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਪਤਾ ਵਾ ਵੀ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ 18 ਮਹੀਨੇ ਪੰਜਾਬ 'ਚ ਰਿਹਾ ਸੀ। ਇੱਕ ਮੁੰਡਾ ਇਹਨਾਂ ਦਾ ਸਤਿੰਦਰ ਸਿੰਘ ਡਰਾਈਵਰ ਹੁੰਦਾ ਸੀ, ਉਹ ਮੇਰਾ ਵੀ ਵਾਕਫ ਬਾਅਦ ਥੋੜਾ ਪੱਤਰਕਾਰੀ ਵੀ ਕੀਤੀ। ਅੱਜ ਕੱਲ੍ਹ ਆਪਣਾ ਉਹ ਦੁਕਾਨ ਵਗੈਰਾ ਚਲਾਉਂਦਾ। ਉਹਨੇ ਵੀ ਕਈ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ, ਲੇਕਿਨ ਮੈਂ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਨਾ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਸਾਂਝੀ ਕੀਤੀ। ਪ੍ਰਧਾਨ ਮੰਤਰੀ ਸਾਹਿਬ ਇੱਕ ਇੰਟਰਵਿਊ 'ਚ ਉਹ ਜਿਹੜੀ ਐਂਕਰ ਹੁੰਦੀ ਉਹ ਪੁੱਛਦੀ ਵੀ ਤੁਸੀਂ 5 ਜਨਵਰੀ ਨੂੰ ਪੰਜਾਬ ਗਏ ਸੀ ਤੇ ਪੰਜਾਬ ਦੇ ਵਿੱਚ ਤੁਹਾਡਾ ਸਿੱਖਾਂ ਨੇ ਰਸਤਾ ਰੋਕਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੇ ਪ੍ਰਧਾਨ ਮੰਤਰੀ ਸਾਹਿਬ ਨੇ ਬੜੇ ਤਰੀਕੇ ਤੇ ਸਲੀਕੇ ਨਾਲ ਜਵਾਬ ਦਿੱਤਾ ਉਹਦਾ। ਉਹ ਕਹਿੰਦੇ ਮੈਂ ਪੰਜਾਬ 'ਚ ਗਿਆ ਸੀਗਾ ਤੇ ਪੰਜਾਬ ਦੇ ਵਿੱਚ ਇੱਕ ਮੈਂ ਤੇ ਇੱਕ ਮੇਰਾ ਡਰਾਈਵਰ ਸੀ, ਸਾਡੀ ਗੱਡੀ ਕਿਤੇ ਖਰਾਬ ਹੋ ਗਈ, ਬੜਾ ਧੱਕਾ ਧੋਕਾ ਲਾਇਆ ਪਰ ਗੱਡੀ ਸਟਾਰਟ ਨਹੀਂ ਹੋਈ। 2 ਭਰਾ ਖੇਤ 'ਚ ਕੰਮ ਕਰਦੇ ਸੀ, ਸਾਡੀ ਗੱਡੀ ਵੇਖ ਕੇ ਉਹ ਵੀ ਆ ਗਏ ਤਾਂ ਸਾਡੀ ਮਦਦ ਵੀ ਕੀਤੀ। ਮਦਦ ਕਰਨ ਤੋਂ ਬਾਅਦ ਧੱਕਾ ਲਾਇਆ ਪਰ ਗੱਡੀ ਨਹੀਂ ਚੱਲੀ ਜੀ। ਇਹਨੇ 'ਚ ਉਹਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਜੀ ਜੀ। ਤੇ ਉਹ ਕਹਿਣ ਲੱਗੇ ਵੀ ਬਾਊ ਜੀ ਤੁਸੀਂ ਏਦਾਂ ਕਰੋ, ਇਸ ਵੇਲੇ ਤੁਹਾਡੇ ਕੋਲ ਤੇ ਜਾਇਜ਼ ਹੀ ਜਾਣਾ, ਨਾਲੇ ਤੁਹਾਨੂੰ ਪਤਾ 1976 ਤੇ ਕਿੰਨੀ ਕੁ ਟ੍ਰੈਫਿਕ ਹੈਗੀ ਸੀ ਕਿਤੇ ਸੜਕਾਂ ਦੇ ਉੱਤੇ। ਬਿਲਕੁਲ ਜੀ। ਤੁਸੀਂ ਏਦਾਂ ਕਰੋ, ਉਹ ਸਾਡਾ ਛੋਟਾ ਜਿਹਾ ਮਕਾਨ ਫਾਰਮ ਹਾਊਸ, ਤੁਸੀਂ ਉੱਥੇ ਰਾਤ ਰਹਿ ਲਓ, ਸਵੇਰੇ ਤੁਹਾਡੀ ਗੱਡੀ ਠੀਕ ਰੱਖ ਕੇ ਤੋੜ ਦੇਂਗੇ ਜੀ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਇੰਨੇ ਉਹ ਬੰਦੇ ਸਾਊ ਕਿਸਮ ਦੇ ਸਿੱਖ ਹੁੰਦੇ ਆ, ਇੰਨੇ ਕੋ ਸਮਰਪਿਤ ਹੁੰਦੇ ਆ, ਇੰਨੇ ਕੇ ਇਮਾਨਦਾਰ ਹੁੰਦੇ, ਲਕੀਲੇ ਹੁੰਦੇ ਆ। ਉਹਨਾਂ ਜਿੰਨਾ ਕੁ ਜ਼ੋਰ ਲੱਗਦਾ ਸੀ ਉਹਨਾਂ ਮੇਰੀ ਪੂਰੀ ਟਹਿਲ ਸੇਵਾ ਕੀਤੀ ਤੇ ਮੈਨੂੰ 4 ਪਾਈ ਦਿੱਤੀ। ਰਾਤ ਮੈਂ ਸੁੱਤਾ ਉੱਥੇ, ਬੜੇ ਆਨੰਦ ਨਾਲ ਸੁੱਤਾ ਉੱਥੇ ਜੀ। ਸਵੇਰੇ ਉਹਨਾਂ ਆਪਣਾ ਜਿਹੜਾ ਬੱਚਾ ਸੀ ਉਹਨੂੰ ਭੇਜਿਆ ਜਾ ਵੀ ਫਲਾਣੇ ਕਸਬੇ ਤੋਂ ਜਾ ਕੇ ਮਕੈਨਿਕ ਲੈ ਕੇ ਆ, ਤੂੰ ਬਕਾਇਦਾ ਤੇ ਸਾਈਕਲ ਤੇ ਜਾ ਕੇ ਮਕੈਨਿਕ ਨੂੰ ਲੈ ਕੇ ਆਇਆ ਜੀ।
ਮਕੈਨਿਕ ਆਇਆ ਤੇ ਮਕੈਨਿਕ ਨੇ ਆ ਕੇ ਜਿਹੜਾ ਵਾ ਉਹ ਗੱਡੀ ਠੀਕ ਕੀਤੀ ਤੇ ਗੱਡੀ ਜਿਹੜੀ ਸੀ ਫਿਰ ਅਸੀਂ ਉੱਥੋਂ ਗਏ ਤੇ ਧੰਨਵਾਦ ਕੀਤਾ ਉਹਨਾਂ ਤੋਂ। ਕਹਿੰਦੇ ਕੋਈ ਗੱਲ ਨਹੀਂ, ਧੰਨਵਾਦ ਨਹੀਂ ਕਰਨਾ ਜੀ, ਸਾਡਾ ਬਾਬੇ ਨਾਨਕ ਦਾ ਸੰਕਲਪ ਹੀ ਹੈ, ਅਸੀਂ ਸੇਵਾ ਨੂੰ ਸਮਰਪਿਤ ਜੀ। ਹੁਣ ਪ੍ਰਧਾਨ ਮੰਤਰੀ ਸਾਹਿਬ ਕੀ ਕਹਿੰਦੇ ਆ ਵੀ ਗੁਜਰਾਤ ਦੇ ਵਿੱਚ ਜਦੋਂ ਕੱਛ ਦੇ ਵਿੱਚ ਭੁਚਾਲ ਆਏ ਸੀ ਤੇ ਮੈਨੂੰ ਪਤਾ ਲੱਗਾ ਵੀ ਇੱਥੇ ਇੱਕ ਗੁਰਦੁਆਰਾ ਤਬਾਹ ਹੋ ਗਿਆ ਜੀ। ਜਦੋਂ ਮੈਂ ਜਾ ਕੇ ਵੇਖਿਆ ਵਾਕਿਆ ਹੀ ਗੁਰਦੁਆਰਾ ਤਬਾਹ ਹੋ ਗਿਆ ਤੇ ਪੁਰਾਣੀਆਂ ਗੁਰਦੁਆਰੇ ਦੀਆਂ ਤਸਵੀਰਾਂ ਕਢਾਈਆਂ ਤੇ ਬਕਾਇਦਾ ਤੌਰ ਤੇ ਵੱਡੇ ਵੱਡੇ ਆਰਕੀਟੈਕਟ ਸੱਦੇ ਜੀ। ਸਾਰਿਆਂ ਨੂੰ ਇੰਨੀ ਗੱਲ ਕਿ ਆਹ ਤਸਵੀਰ ਆ, ਖਰਚੇ ਦੀ ਕੋਈ ਪਰਵਾਹ ਨਹੀਂ, ਮੈਨੂੰ ਗੁਰਦੁਆਰਾ ਸਿਰਫ ਉਸੇ ਹਾਲਤ ਵਿੱਚ ਚਾਹੀਦਾ, ਉਸੇ ਤਰ੍ਹਾਂ ਚਾਹੀਦਾ ਜੀ। ਜਿਸ ਹਾਲਤ ਵਿੱਚ ਗੱਲ ਸੀ ਬਾਬੇ ਨਾਨਕ ਦਾ ਦਰਬਾਰ ਆ। ਉਹ ਕਹਿੰਦੇ ਫਿਰ ਅਸੀਂ ਜਿਹੜੇ ਸੀ ਕੁਝ ਆਰਕੀਟੈਕਟ ਜਾਂ ਕੁਝ ਸਮਾਨ ਜਿਹੜਾ ਸੀ ਰਾਜਸਥਾਨ ਤੋਂ ਮੰਗਾਇਆ, ਉਹਨਾਂ ਨੇ ਆ ਕੇ ਗੁਰਦੁਆਰਾ ਤਿਆਰ ਕੀਤਾ। ਗੁਰਦੁਆਰਾ ਤਿਆਰ ਕਰਨ ਤੋਂ ਬਾਅਦ ਫਿਰ ਇਹ ਪਹਿਲਾਂ ਜਾ ਕੇ ਬਾਬੇ ਨਾਨਕ ਦੇ ਅੱਗੇ ਅਰਦਾਸ ਕੀਤੀ, ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਚੜ੍ਹਦੀ ਕਲਾ ਤੇ ਅੱਜ ਦੀ ਬਦੌਲਤ ਮੈਂ ਪ੍ਰਧਾਨ ਮੰਤਰੀ ਹਾਂ ਜੀ। ਉਹਨਾਂ ਸਿੱਖਾਂ ਦੀ ਗੱਲ ਕੀਤੀ ਵੀ ਇਹ ਕਿਸੇ ਦੁਸ਼ਮਣ ਨਹੀਂ ਹੋ ਸਕਦੇ ਜੀ। ਅਣਖੀਲੇ ਜੇ ਬੰਦੇ ਹੁੰਦੇ, ਇਮਾਨਦਾਰ ਬੰਦੇ ਹੁੰਦੇ ਆ, ਮਿਹਨਤੀ ਬੰਦੇ ਹੁੰਦੇ, ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਯਕੀਨ ਰੱਖਦੇ, ਨਿਰਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤੇ ਯਕੀਨ ਰੱਖਦੇ ਨੇ ਜੀ ਜੀ। ਇਸ ਕਰਕੇ ਸਿੱਖਾਂ ਦੀ ਜਿਹੜੀ ਹੈ ਨਾ, ਉਹਨਾਂ ਉੱਤੇ ਕਿਸੇ ਕੋਲ ਸ਼ੱਕ ਕਰਨਾ ਹੁੰਦਾ, ਮੈਂ ਸੋਚਦਾ ਵੀ ਇਹ ਠੀਕ ਨਹੀਂ ਹੋਏਗਾ। ਇਸੇ ਮੰਚ ਤੇ ਬਰਾੜ ਸਾਹਿਬ ਮੈਂ ਕਹਿੰਦਾ ਇਸੇ ਮੰਚ ਦੇ ਉੱਤੇ ਜੀ ਜੀ ਜਦੋਂ ਮੋਰਚਾ ਲੱਗਾ ਸੀ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ, ਮੈਂ ਇੰਨੀ ਗੱਲ ਕਹਿੰਦਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਿੱਖਾਂ ਤੇ ਕਿਸੇ ਜ਼ਿਆਦਤੀ ਬਿਲਕੁਲ ਨਹੀਂ ਕਰਨੀ ਜੀ। ਉਹਨਾਂ ਨੂੰ ਪਤਾ ਸਿੱਖ ਬਹੁਤ ਗਿਣਤੀ ਚ ਬੈਠੇ ਦੇ ਮੋਰਚਾ ਲਾ ਕੇ ਕਦੇ ਜ਼ਿਆਦਤੀ ਨਹੀਂ ਕਰਨੀ ਜੀ। ਕਈ ਅਖਬਾਰਾਂ ਨੇ, ਕਈ ਟੀਵੀ ਚੈਨਲ ਕਹਿੰਦਾ ਜੀ ਅੱਜ ਰਾਤ ਨੂੰ ਗੋਲੀ ਚੱਲ ਜਾਏਗੀ, ਅੱਜ ਰਾਤ ਨੂੰ ਠਾ ਦੇਣਗੇ ਜੀ, ਡੰਡੇ ਮਾਰ ਦੇਣਗੇ, ਬੜਾ ਕੁਝ ਕਿਹਾ ਲੋਕਾਂ ਨੇ ਜੀ। ਲੇਕਿਨ ਉਹਨਾਂ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਸੀ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਨਹੀਂ ਕੀਤੀਆਂ, ਜਿਹਦੀ ਬਦੌਲਤ ਅੱਜ ਉਹ ਸਿੱਖਾਂ 'ਚ ਵੀ ਹਰਮਨ ਪਿਆਰੇ ਨੇ। ਅੱਜ ਤੁਸੀਂ ਵੇਖੋ ਨਾ, ਜਿਨ੍ਹਾਂ ਸਿੱਖਾਂ ਬਾਰੇ ਸੋਚ ਨਹੀਂ ਸੀ ਸਕਦੇ ਜੀ, ਜਿਹੜੇ ਕੱਲ ਤੱਕ ਆਰਐਸ ਨੂੰ ਗਾਲਾਂ ਕੱਢਦੇ ਸੀ, ਬੀਜੇਪੀ ਨੂੰ ਗਾਲਾਂ ਕੱਢਦੇ, ਜਦ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਦਾ ਬੰਦਾ ਹੀ ਕੋਈ ਨਹੀਂ ਹੈਗਾ, ਉਹ ਬੀਜੇਪੀ ਸ਼ਾਮਲ ਹੋ ਰਹੀ ਵੱਡੀ ਗਿਣਤੀ ਜੀ ਜੀ। ਬਿਲਕੁਲ ਰੁੱਖ ਕਰਦੇ ਹਾਂ ਉੱਤਰ ਪ੍ਰਦੇਸ਼ ਦਾ, ਤੇ ਪਹਿਲੇ ਗੇੜ ਦੀਆਂ ਵੋਟਾਂ ਪੈ ਚੁੱਕੀਆਂ ਨੇ ਜੀ ਤੇ 60% ਦੀ ਪੋਲਿੰਗ ਹੋਈ ਆ। ਕੀ ਦਰਸਾਉਂਦੀ ਹੈ ਜੀ 60% ਦੀ ਉੱਤਰ ਪ੍ਰਦੇਸ਼ ਦੇ ਪਹਿਲੇ ਗੇੜ ਦੀ ਪੋਲਿੰਗ ਪੱਟੀ ਸਾਹਿਬ? ਵੇਖੋ ਜੀ, ਪਹਿਲੇ ਗੇੜ ਦੀ ਪੋਲ 'ਚ ਪਿਛਲੀ ਵਾਰੀ 73 ਸੀਟਾਂ ਤੇ ਪਈਆਂ ਸੀ ਵੋਟਾਂ ਤੇ ਐਤਕੀ 58 ਸੀਟਾਂ ਤੇ ਪਈਆਂ ਨੇ ਜੀ। ਇਹਨਾਂ ਸੀਟਾਂ ਦੇ ਵਿੱਚ ਜੇ ਆਪਾਂ ਅੰਦਾਜ਼ਾ ਲਾ ਲਈਏ ਤੇ 2012 ਦੇ ਵਿੱਚ ਬਕਾਇਦਾ ਤੌਰ ਤੇ ਸੀਟਾਂ ਮਿਲੀਆਂ ਸੀ ਆਪਣੇ ਬੀਜੇਪੀ ਨੂੰ 10 ਮਿਲੀਆਂ ਸੀ ਤੇ 2017 ਦੇ ਵਿੱਚ 53 ਸੀਟਾਂ ਮਿਲੀਆਂ ਸੀ ਇਹਨਾਂ ਨੂੰ ਜੀ। ਜਿਹੜੀ ਸਮਾਜਵਾਦੀ ਪਾਰਟੀ ਆ ਉਹਨੂੰ 2012 ਜਿਹੜੀਆਂ 14 ਮਿਲੀਆਂ ਸੀ ਤੇ 2017 ਚ 2 ਮਿਲੀਆਂ ਸੀ ਜੀ। ਜਿਹੜੀ ਬਸਪਾ ਵਾ ਉਹਨੂੰ 2012 ਚ 20 ਮਿਲੀਆਂ ਸੀ ਤੇ 2017 ਚ 2 ਮਿਲੀਆਂ ਸੀ। ਜਿਹੜੀ ਆਰਐਲਡੀ ਆ ਰਾਸ਼ਟਰੀ ਲੋਕ ਦਲ ਜਿਹੜਾ ਵਾ ਉਹਨੂੰ 2012 ਚ 9 ਮਿਲੀਆਂ ਸੀ ਤੇ ਐਤਕੀ 17 ਚ 1 ਸੀਟ ਮਿਲੀ ਸੀ ਜੀ। ਕਾਂਗਰਸ ਜਿਹੜਾ ਵਾ ਕਾਂਗਰਸ ਨੂੰ 2012 ਦੇ 4 ਮਿਲੀਆਂ ਸੀ ਤੇ 2017 ਚ 0 ਮਿਲੀ ਸੀਗੀ ਤੇ ਜਿਹੜੇ ਬਾਕੀ ਇੰਡੀਪੈਂਡੈਂਟ ਸੀ ਉਹ 11 ਸੀਟਾਂ ਲੈ ਕੇ ਗਏ ਸੀ 2012 ਤੇ 2017 ਚ 0 ਜੀ। ਇਸ ਕਰਕੇ ਇਹਨਾਂ 58 ਸੀਟਾਂ ਤੇ ਬਕਾਇਦਾ ਤੌਰ ਤੇ ਜਿਹੜੀ ਚੋਣ ਹੋਈ ਆ ਉੱਥੇ ਬਕਾਇਦਾ ਤੌਰ ਤੇ 29 ਸੀਟਾਂ ਦੇ ਉੱਤੇ ਮੁਸਲਮਾਨਾਂ ਦੇ ਤੇ ਜੱਟਾਂ ਨੇ ਚਾਰ ਜਿਹਨੂੰ ਕਹਿੰਦੇ ਆਪਾਂ ਉੱਥੇ ਉਹਨਾਂ ਨੇ ਠੋਕ ਕੇ ਵੋਟਾਂ ਜਿਹੜੀਆਂ ਉਹ ਸਮਾਜਵਾਦੀ ਪਾਰਟੀ ਨੂੰ ਪਾਈਆਂ ਨੇ। ਕਿਉਂ ਪਾਈਆਂ? ਵੀ ਤੁਹਾਨੂੰ ਪਤਾ ਵੀ ਬੀਜੇਪੀ ਨੇ ਜੋ ਪਿੱਛੇ ਕੀਤਾ ਕਿਸਾਨ ਬਹੁਤ ਖਿਲਾਫ ਨੇ ਜੀ। 2013 ਚ ਇਹਨਾਂ ਮੁਸ਼ੱਫਰ ਨੇ ਕਹਿੰਦੇ ਦੰਗੇ ਜਿਹੜੇ ਸੀ ਭੜਕਾਏ ਸੀ ਉਹ 2017 ਦਾ ਅਸਲ ਸੀ ਮੁਸਲਮਾਨ ਵੱਖਰੇ ਹੋ ਗਏ ਜੱਟ ਵੱਖਰੇ ਹੋਏ। ਜੱਟਾਂ ਨੇ ਵੋਟ ਜਿਹੜੀ ਸੀ ਬੀਜੇਪੀ ਕੋਲ ਐਤਕੀ ਬੀਜੇਪੀ ਟੋਟਲੀ ਜੱਟ ਖਿਲਾਫ ਜੀ। 11 ਸੀਟਾਂ ਤੇ ਪੋਲਿੰਗ ਘੱਟ ਹੋਈ ਆ ਉਹਦੇ ਤੇ ਬੀਜੇਪੀ ਨੂੰ ਫਾਇਦਾ ਪਹੁੰਚ ਰਿਹਾ ਤੇ ਬਾਕੀ ਸੀਟਾਂ ਦੇ ਰਲਿਆ ਮਿਲਿਆ ਰੰਗਵਾਲਾ ਮਿਲ ਰਿਹਾ। ਲੇਕਿਨ 29 ਸੀਟਾਂ ਦੇ ਉੱਤੇ ਲਗਭਗ ਜਿਹੜਾ ਹੁਣ ਤੱਕ ਸਰਵੇ ਆ ਰਿਹਾ ਉਹ ਕਾਫੀ ਤੱਕ ਇਹਨਾਂ ਦੇ ਖਿਲਾਫ ਆ ਰਿਹਾ ਵਾ। ਲੇਕਿਨ ਵੋਟਾਂ ਕਾਫੀ ਜਗ੍ਹਾ ਤੇ ਸ਼ਾਂਤਮਈ ਢੰਗ ਨਾਲ ਪਈਆਂ। ਕੁਝ ਜਗ੍ਹਾ ਦੇ ਉੱਤੇ ਇਹਨਾਂ ਦੀ ਆਪਸੀ ਮਸ਼ੀਨਾਂ ਖਰਾਬ ਹੋਣ ਕੇ ਸੱਪਾ ਵਾਲੇ ਦੇ ਤੇ ਬੀਜੇਪੀ ਦੇ ਝੜਪਾਂ ਵੀ ਹੋਈਆਂ ਲੇਕਿਨ ਕੰਟਰੋਲ 'ਚ ਰਹੀਆਂ ਜੀ। ਅੱਜ ਉੱਥੋਂ ਇੱਕ ਖਬਰ ਆਉਣ ਲਈ ਹੈ ਜੀ। ਖਬਰ ਉਹ ਰਹੀ ਹੈ ਕਰੈਨਾ ਹਲਕੇ ਦੇ ਵਿੱਚ ਜਿਹੜਾ ਨਾ ਇੱਕ ਬਕਾਇਦਾ ਤੌਰ ਤੇ ਵਿਦਆਊਟ ਨੰਬਰ ਕਾਰ ਦੇ ਵਿੱਚੋਂ ਜੀ ਜਿਹਦੇ ਉੱਤੇ ਸਟੱਕਰ ਵੀ ਚੋਣ ਕਮਿਸ਼ਨ ਲੱਗਾ ਵਾ ਚੋਣ ਅਧਿਕਾਰੀ ਦਾ ਲੱਗਾ ਵਾ ਉਹਦੇ ਵਿੱਚੋਂ ਇੱਕ ਮਸ਼ੀਨ ਫੜੀ ਗਈ ਆ ਜੀ। ਉਹ ਮਸ਼ੀਨ ਜਿਹੜੀ ਈਵੀ ਮਸ਼ੀਨ ਫੜੀ ਗਈ ਉਹ ਡੀਐਮ ਕੋਲ ਖੜੀ ਤੇ ਡੀਐਮ ਨੇ ਕਿਹਾ ਇਹ ਅਸੀਂ ਪੂਰੀ ਪੜਤਾਲ ਕਰੇ ਮਸ਼ੀਨ ਕਿੱਥੋਂ ਆਈ ਤੇ ਕਿਵੇਂ ਆਈ। ਜਿਹੜੀ ਆ ਬੀਜੇਪੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਚੋਣ ਜਿੱਤਣਾ ਚਾਹੁੰਦੀ ਆ ਜੀ ਜਿਹਦੇ ਕਰਕੇ ਉਹਨਾਂ 7 ਕੇ 8 ਗੇੜਾਂ ਜਿੱਥੇ ਚੋਣਾਂ ਰੱਖੀਆਂ ਨੇ ਚੋਣਾਂ ਕਰਾਉਣੀਆਂ ਜੀ। ਇਸ ਕਰਕੇ ਉੱਥੋਂ ਦੀ ਹਾਲ ਜਿਹੜੀ ਬੀਜੇਪੀ ਦੀ ਬਹੁਤੀ ਵਧੀਆ ਨਹੀਂ
ਲੇਕਿਨ ਬੀਜੇਪੀ ਚਾਹੁੰਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਬਕਾਇਦਾ ਤੌਰ ਤੇ ਇੱਥੇ ਕਬਜ਼ਾ ਕਰਨ ਲਈ ਕਾਮਯਾਬ ਹੋ ਜਾਈਏ। ਜੀ ਤੁਹਾਨੂੰ ਪਤਾ ਹੋਏਗਾ ਲਖੀਮਪੁਰ ਜ਼ਿਲ੍ਹਾ ਜਿਹੜਾ ਵਾ ਉੱਥੋਂ ਬਕਾਇਦਾ ਤੌਰ ਤੇ ਜਿਹੜਾ ਇਹ ਜਗਦੀਪ ਸਿੰਘ ਜਿਹੜਾ ਨਛੱਤਰ ਸਿੰਘ ਕਿਸਾਨ ਮਾਰਿਆ ਗਿਆ ਸੀ, ਉਹਦੇ ਬੇਟੇ ਨੂੰ ਕਿਹਾ ਗਿਆ ਸੀ ਤੁਸੀਂ ਚੋਣ ਲੜੋ ਸਮਾਜਵਾਦੀ ਪਾਰਟੀ ਤੋਂ। ਉਹਨੇ ਮਨਾ ਕਰਤਾ। ਉਹ ਕਹਿੰਦਾ ਮੈਂ ਇਹਦੇ ਖਿਲਾਫ ਚੋਣ ਨਹੀਂ ਲੜੂੰਗਾ। 2024 ਚ ਮੈਨੂੰ ਟਿਕਟ ਦਿਓ, ਮੈਂ ਜਿਹੜਾ ਉੱਥੇ ਅਜੇ ਮਿਸ਼ਰਾ ਉਹਦੇ ਖਿਲਾਫ ਚੋਣ ਲੜੂੰਗਾ, ਹਰਾਊਂਗਾ ਉਹਨੂੰ ਮੈਂ। ਬਿਲਕੁਲ ਤੁਸੀਂ ਮੇਰਾ ਸਾਥ ਦਿਓ ਤੁਸੀਂ। ਇਸ ਕਰਕੇ ਹਾਲਤ ਕਾਫੀ ਪਤਲੀ ਹੈ। ਜੋਗੀ ਸਾਹਿਬ ਦੀ ਵਿਰੋਧਤਾ ਬਹੁਤ ਜ਼ਿਆਦੀ ਹੈ, ਜਿਹਦੇ ਕਰਕੇ ਅੱਜ ਤੱਕ ਜਿਹੜੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਿਬ ਨੇ ਉਹਨਾਂ ਨੂੰ ਆਪਣੇ ਗੋਰਖਪੁਰ ਜਿਹੜਾ ਹਲਕਾ ਤੋਂ ਸੀਮਿਤ ਕਰ ਦਿੱਤਾ ਵਾ। ਤੇ ਯੂਪੀ ਦੀਆਂ ਗਲੀਆਂ ਇਸ ਵੇਲੇ ਸਾਡੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹ ਛਾਣ ਰਹੇ ਨੇ, ਲੇਕਿਨ ਅਜੇ ਵੀ ਹੁੰਗਾਰਾ ਬਹੁਤਾ ਮਿਲ ਨਹੀਂ ਰਿਹਾ ਕਿਉਂ ਕਾਂਗਰਸ ਵੀ ਐਤਕੀ ਕੁਝ ਗੇਨ ਕਰਦੀ ਨਜ਼ਰ ਆ ਰਹੀ ਉੱਥੇ ਜੀ। ਕਿਉਂ ਕਾਂਗਰਸ ਨੇ ਜਿਹੜਾ 40% ਔਰਤਾਂ ਨੂੰ ਕਿਹਾ ਨਾ ਟਿਕਟਾਂ ਦੇਵਾਂਗੇ, ਉਹਦੇ ਕਰਕੇ ਔਰਤਾਂ ਦਾ ਕਾਫੀ ਯੋਗਦਾਨ ਪਾਇਆ ਜਾ ਰਿਹਾ ਵਾ। ਅੱਗੇ ਵੇਖੋ 10 ਮਾਰਚ ਨੂੰ ਕੀ ਰਿਜ਼ਲਟ ਨਿਕਲਦੇ ਤੇ ਬਾਅਦ ਚ ਲੱਗੂ, ਲੇਕਿਨ ਜੋ ਹੁਣ ਤੱਕ ਜੇ ਕਿਆਸ ਨਹੀਂ ਮੈਂ ਤੁਹਾਡੀ ਉਹਦੀ ਗੱਲ ਕੀਤੀ ਹੈ ਜੀ। ਭਾਜਪਾ ਦਾ ਇੱਕ ਹੋਰ ਸ਼ਗੂਫਾ ਜੀ, ਕਹਿੰਦੇ ਭਾਜਪਾ ਸਰਕਾਰ ਬਣਨ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਾਂਗੇ। ਤੁਸੀਂ ਕੀ ਕਹਿਣਾ ਚਾਹੋਗੇ ਪੱਟੀ ਸਾਹਿਬ? ਮੈਂ ਤੇ ਇਹ ਕਹਿਣਾ ਚਾਹੂੰਗਾ ਜੀ, ਇਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਇਹ ਸ਼ਗੂਫੇ ਨੇ, ਇਹ ਜੁਮਲੇ ਨੇ ਜੀ। ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਜਦੋਂ ਗ੍ਰਹਿ ਮੰਤਰੀ ਨੂੰ ਪੁੱਛਿਆ ਜੀ ਤੁਸੀਂ ਕਿਹਾ ਸੀ 15 ਲੱਖ ਰੁਪਈਆ ਜਿਹੜਾ ਹਰ ਪਰਿਵਾਰ ਦੇ ਖਾਤੇ 'ਚ ਆ ਜਾਵੇਗਾ ਤੇ ਅਸੀਂ 2 ਕਰੋੜ ਵਿਅਕਤੀਆਂ ਨੂੰ ਹੱਥ ਨਾਲ ਨੌਕਰੀ ਦੇਵਾਂਗੇ ਜੀ। ਉਹਦਾ ਕੀ ਬਣਿਆ? ਤੇ ਅੱਗੋਂ ਹੱਸ ਕੇ ਕਹਿ ਦਿੱਤਾ ਸੀ ਕਿ ਜੁਮਲੇ ਸੀ ਜੀ। ਜੁਮਲੇਬਾਜ਼ੀ ਬੀਜੇਪੀ ਬਹੁਤ ਯਕੀਨ ਰੱਖਦੀ ਆ, ਲੇਕਿਨ ਫਿਰ ਵੀ ਚੰਗੀ ਗੱਲ ਜੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਰਦੀ, ਲੇਕਿਨ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੀਆਂ 32 ਉਹ ਜਥੇਬੰਦੀਆਂ ਨੇ ਉਹਨਾਂ ਨਾਲ ਜਿਹੜੀਆਂ ਹਰਿਆਣੇ ਦੀ ਪਾ ਕੇ 42 ਬਣਦੀਆਂ ਤੇ ਪੂਰੇ ਹਿੰਦੁਸਤਾਨ ਦੀਆਂ ਪਾ ਕੇ ਕਰੀਬ 500 ਜਥੇਬੰਦੀਆਂ ਬਣਦੀਆਂ ਨੇ ਜੀ। ਉਹਨਾਂ ਨੇ ਬਕਾਇਦਾ ਤੌਰ ਤੇ ਮੰਗ ਕੀਤੀ ਵੀ ਦੁਨੀਆ ਦੇਸ਼ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਜੀ। ਜੇ ਅਰਬਾਂ ਰੁਪਏ ਤੁਸੀਂ ਜਿਹੜੇ ਅਡਾਨੀਆਂ ਬਾਨੀਆਂ ਮਾਫ ਕਰ ਸਕਦੇ ਹੋ ਤੇ ਫਿਰ ਕਿਸਾਨਾਂ ਦੇ ਕਿਉਂ ਨਹੀਂ ਜੀ। ਇਹ ਬੀਜੇਪੀ ਦਾ ਜੁਮਲਾ ਦੀ ਜੁਮਲੇ ਤੋਂ ਸਾਈਡ ਕੁਝ ਨਹੀਂ ਕਹਿ ਸਕਦਾ। ਜੇ ਤੁਸੀਂ ਕਰਜ਼ਾ ਮਾਫ ਕਰਨਾ ਜੀ 7 ਸਾਲ ਤੁਸੀਂ ਕੇਂਦਰ ਤੇ ਬੈਠੇ ਹੋ ਪਹਿਲਾਂ ਕਰ ਦਿਓ, ਤੁਹਾਨੂੰ ਪੰਜਾਬ 'ਚ ਕੋਈ ਲਾਭ ਨਹੀਂ ਹੁੰਦਾ। ਅੱਜ ਤੁਸੀਂ ਹਾਸ਼ੇ ਤੇ ਬੈਠੇ ਹੋ ਤੇ ਤੁਸੀਂ ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਹੋ ਜੀ। ਮਾਲਵਾ 'ਚ ਕਿਸਾਨਾਂ ਨੇ ਮੁੱਖ ਮੰਤਰੀ ਚੰਨੀ ਦਾ ਭਾਰੀ ਵਿਰੋਧ ਕੀਤਾ ਜੀ। ਕੋਟਦੁਨਾ ਵਿੱਚ ਮੁੱਖ ਮੰਤਰੀ ਸਮਾਗਮ ਵੀ ਨਹੀਂ ਕਰ ਸਕੇ। ਇਸ ਵਿਰੋਧ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਪੱਟੀ ਸਾਹਿਬ? ਵੇਖੋ ਜਿਹੜੀ ਕਿਸਾਨਾਂ ਦੀ ਗੱਲ ਸੀ, ਕਿਸਾਨਾਂ ਦੀ ਗੱਲ ਜਿਹੜੀ ਆ ਉਹ ਕਾਂਗਰਸ ਨੇ ਪਹਿਲੇ ਤੋਂ ਮੰਨ ਲਈ ਸੀਗੀ ਜੀ। ਜਿੰਨੀ ਕਿ ਸਪੋਰਟ ਬਣਦੀ ਸੀ ਉਹਨਾਂ ਦੀ ਕਿਸਾਨਾਂ ਦੀ ਕਾਂਗਰਸ ਨੇ ਕੀਤੀ, ਪੰਜਾਬ 'ਚ ਵੀ ਕੀਤੀ ਹੈ ਤੇ ਸੈਂਟਰ ਵਾਲਾ ਵੀ ਕੀਤੀ ਹੈ। ਹਾਲੀ ਕਿ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਕਹਿ ਚੁੱਕੇ ਕਿ ਅਸੀਂ ਇਹਨਾਂ ਦੀ ਮਦਦ ਨਹੀਂ ਕੀਤੀ, ਸਪੋਰਟ ਕੀਤੀ ਵਾਲੀ ਅਸੀਂ ਹਮਾਇਤ ਕੀਤੀ ਆ ਇਹਨਾਂ ਦੀ। ਉੱਦਾਂ ਅਸੀਂ ਸਿੱਧੇ ਰੂਪ 'ਚ ਕੋਈ ਮਦਦ ਨਹੀਂ ਕਰ ਸਕੇ ਕਿਸਾਨਾਂ ਦੀ, ਲੇਕਿਨ ਸਾਡੀ ਸਪੋਰਟ ਵੀ ਕਾਫੀ ਸੀ, ਮੋਰਲ ਸਪੋਰਟ ਸੀਗੀ, ਬਾਕੀ ਸਪੋਰਟ ਸੀਗੀ। ਜਦੋਂ ਕਿਤੇ ਪਾਰਲੀਮੈਂਟ 'ਚ ਰੌਲਾ ਪੈਂਦਾ ਸੀ ਉਹ ਗੱਲ ਉਠਾਉਂਦੇ ਸੀ ਵੀ ਕਿਸਾਨਾਂ ਦਾ ਤੁਸੀਂ ਸਮਝੌਤਾ ਕਰੋ, ਉਹਨਾਂ ਦੇ ਕਾਨੂੰਨ ਵਾਪਸ ਲਓ, ਗਲਤ ਕਰਦੇ ਸੀ ਘੱਟੋ ਘੱਟ ਜੀ। ਹੁਣ ਇੱਥੇ ਜੇ ਚੰਨੀ ਸਾਹਿਬ ਆਏ ਨੇ ਬਕਾਇਦਾ ਤੌਰ ਤੇ, ਚੰਨੀ ਸਾਹਿਬ ਨੇ ਕੁਛ ਨਾ ਕੁਛ 11 ਮਹੀਨੇ ਕੁਛ ਕੀਤਾ ਪੰਜਾਬ ਵਾਸਤੇ ਜੀ। ਬਿਜਲੀ ਦੇ ਬਿੱਲ ਘਟਾਏ ਨੇ, ਕੁਝ ਮਾਫ ਕੀਤੇ ਨੇ, ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਨੇ, ਮਜ਼ਦੂਰਾਂ ਨੂੰ ਸਹੂਲਤਾਂ ਦਿੱਤੀਆਂ, ਜਿੰਨੀ ਜੋਗੇ ਸੀ ਕੀਤਾ ਜੀ। ਹੁਣ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ। ਵਿਰੋਧ ਕਰਨਾ ਬਣਦਾ ਨਹੀਂ ਸੀਗਾ। ਜਦੋਂ ਤੁਸੀਂ ਆਪ ਇੰਨੀ ਗੱਲ ਕਹਿਤੀ ਵੀ ਜਦੋਂ ਇਲੈਕਸ਼ਨ ਨੇੜੇ ਆਉਗੇ ਤਾਂ ਅਸੀਂ ਤੁਹਾਡਾ ਵਿਰੋਧ ਕੋਈ ਨਹੀਂ ਕਰਾਂਗਾ, ਤੁਸੀਂ ਰੈਲੀਆਂ ਨਹੀਂ ਕਰੋ, ਰੋਡ ਮਾਰਚ ਹੋਗੇ, ਜੋ ਮਰਜ਼ੀ ਕਰੋ ਤੁਸੀਂ ਜੀ। ਇੱਕ ਪਿੰਡ ਦੇ ਵਿੱਚ ਉਹ ਗਏ ਨੇ, ਉਹ ਬਕਾਇਦਾ ਤੌਰ ਤੇ ਉੱਥੇ ਇੱਕ ਸੱਥ ਦੇ ਉੱਤੇ ਬੈਠੇ ਬਜ਼ੁਰਗ ਤਾਸ਼ ਖੇਡਦੇ ਸੀ। ਤਾਸ਼ ਵੀ ਖੇਡੀ, ਮੈਨੂੰ ਤਾਸ਼ ਖੇਡਣੀ ਵੀ ਆਉਂਦੀ ਹੈ। ਇੱਕ ਢਾਬੇ ਤੇ ਗਏ ਨੇ, ਉੱਥੇ ਕਹਿੰਦੇ ਵੀ ਕੀ ਬਣਾਏ ਵੀ ਇਹਦਾ ਫੁਲਕਾ ਅੱਗੇ ਦਾਲ ਹੈਗੀ, ਕਹਿੰਦਾ ਫੁਲਕਾ ਫੜਾ ਇੱਕ ਤੇ ਦਾਲ ਫੜਾ, ਉਹ ਫੁਲਕੇ ਤੇ ਦਾਲ ਪਾ ਕੇ ਖਾਂਦੇ ਵੀ ਉਹਨਾਂ ਦੀ ਤਸਵੀਰ ਛਪੀ ਹੈ। ਫਿਰ ਇੱਕ ਜਗ੍ਹਾ ਗਏ ਨੇ, ਉੱਥੇ ਢਾਬੇ ਤੇ ਜਾ ਕੇ ਚਾਹ ਬਣਾਈ ਤੇ ਚਾਹ ਵੀ ਪੀਤੀ ਤੇ ਆਪਣੇ ਸਾਥੀਆਂ ਨੂੰ ਪਿਲਾਈ ਜੀ। ਮਤਲਬ ਉਹ ਕਹਿੰਦੇ ਵੀ ਹਰ ਕੰਮ 'ਚ ਮੈਂ ਸਮਰਥ ਹਾਂ। ਚਲੋ ਠੀਕ ਆ, ਉਹ ਕਈ ਜੋ ਸਟੰਟਬਾਜ਼ੀ ਵੀ ਹੁੰਦੀ ਹੈ ਇਲੈਕਸ਼ਨ ਦੇ ਵਿੱਚ, ਕਰੋ ਤੁਸੀਂ ਜੀ। ਕੋਟ ਦੂਨਾ ਦੇ ਵਿੱਚ ਬਕਾਇਦਾ ਤੌਰ ਤੇ ਗਏ ਆ ਤੇ ਜੇ ਬੀਕੇ ਜੀ ਜਿਹੜੀ ਦੁਰਗਾਹਾਂ ਵਾਲੀ ਕੋਈ ਸਵਾਲ ਪੁੱਛਣਾ ਚਾਹੁੰਦੇ ਸੀ ਤੇ ਉਹਨਾਂ ਦੀ ਗੱਲ ਨਹੀਂ ਸੁਣੀ, ਉਹਨਾਂ ਦੂਰੋਂ ਹੱਥ ਲਾਤਾ, ਟਾਟਾ ਕਰਤਾ ਉਹਨਾਂ ਨੂੰ, ਲੇਕਿਨ ਕਿਸਾਨਾਂ ਨੇ ਉਹਨੇ ਕਿਹਾ ਮੁਰਦਾਬਾਦ ਦੇ ਨਾਅਰੇ ਲਾਏ ਜੀ। ਉੱਥੋਂ ਉਹਨੇ ਕਿਸੇ ਮੀਟਿੰਗ ਨੂੰ ਸੰਬੋਧਨ ਕਰਨਾ ਸੀ, ਫਿਰ ਉਹ ਮੀਟਿੰਗ ਨੂੰ ਸੰਬੋਧਨ ਕੀਤੇ ਬਗੈਰ ਹੀ ਉੱਥੋਂ ਰੋਡ ਸ਼ੋਅ ਦੇ ਵਿੱਚ ਅੱਗੇ ਲੰਘ ਕੇ ਦੂਸਰੇ ਪਿੰਡ ਚਲੇ ਗਏ, ਲੇਕਿਨ ਉੱਥੇ ਕਿਸਾਨਾਂ ਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ। ਤੇ ਮੈਂ ਸੋਚਦਾ ਕਿ ਹੁਣ ਦਿਨ ਰਹਿ ਗਏ 7 ਜੀ। ਅੱਜ ਦੇ ਦਿਨ ਚੋਣ ਪ੍ਰਚਾਰ ਬੰਦ ਹੋ ਜਾਣਾ ਜੀ। ਕਿਸਾਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਕਿਸਾਨਾਂ ਦੀਆਂ ਕਈ ਮੀਟਿੰਗਾਂ ਪ੍ਰਧਾਨ ਮੁੱਖ ਮੰਤਰੀ ਹੋ ਚੁੱਕੀਆਂ ਨੇ,
ਉਦੋਂ ਵੀ ਤੁਸੀਂ ਆਪਣੀ ਗੱਲ ਕਰ ਲਈ, ਹੁਣ ਗੱਲਾਂ ਤਾਂ ਆਪਣੀਆਂ ਉਹੀ ਪੁਰਾਣੀਆਂ, ਨਵੀਂ ਗੱਲ ਤਾਂ ਕੋਈ ਹੈ ਨਹੀਂ। ਜੀ ਜੀ, ਗੱਲ ਤਾਂ ਅਸੀਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਨੀ ਹੈ। ਕਿਸਾਨਾਂ ਜਿਹੜੇ ਕਰਜ਼ੇ ਮਾਫ ਕੀਤੇ ਜਾਣ, ਕਰਜ਼ਿਆਂ ਨੂੰ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ, ਘੱਟ ਵਿਆਜ ਤੇ ਕਰਜ਼ਾ ਦਿੱਤਾ ਜਾਵੇ। ਗੱਲਾਂ ਤਾਂ ਇਹੀ ਕਰਨੀਆਂ, ਗੱਲਾਂ ਅਸੀਂ ਪਹਿਲਾਂ ਕਈ ਵਾਰੀ ਕਰ ਚੁੱਕੇ ਹਾਂ ਜੀ। ਇਸ ਕਰਕੇ ਮੈਂ ਸੋਚਦਾ ਵੀ ਕੋਈ ਉਸਾਰੂ ਸੋਚ ਵਾਲਾ ਘਰਾਓ ਨਹੀਂ ਹੈਗਾ। ਗੱਲਾਂ ਜਾਂ ਤਾਂ ਨਵੀਆਂ ਹੋਣ ਤੇ ਫਿਰ ਆਪਾਂ ਗੱਲ ਕਰ ਲਓ। ਤੁਸੀਂ ਮੰਗ ਪੱਤਰ ਦੇ ਸਕਦੇ ਹੋ, 4 ਬੰਦੇ ਜਾ ਕੇ ਮੰਗ ਪੱਤਰ ਦੇ ਦਿਓ ਉਹਨਾਂ ਨੂੰ। ਹੁਣ ਉਹਨੂੰ ਕੰਮ ਕਰ ਲਓ, ਜਿਹੜਾ ਮੁੱਖ ਮੰਤਰੀ ਨਵਾਂ ਹੋਊਗਾ ਪਾਓ, ਗੱਲ ਸਾਫ਼ ਹੋ ਜਾਏ, ਤੁਹਾਡੇ ਨਾਲ ਖੜੇ ਸਾਰਾ ਪੰਜਾਬ। ਬਿਲਕੁਲ। ਆਖਰੀ ਸਵਾਲ ਇੱਕ ਜਿਹੜਾ ਸਿੱਧੂ ਸਾਹਿਬ ਨਾਲ ਜੁੜਿਆ ਹੋਇਆ, ਉਹ ਕਹਿੰਦੇ ਆ ਕਿ ਭਾਜਪਾ ਛੱਡਣ ਸਮੇਂ ਨਵੀਂ ਪਾਰਟੀ ਬਣਾਉਣ ਲਈ 2000 ਕਰੋੜ ਦੇਣ ਦੀ ਆਫਰ ਹੋਈ ਸੀ ਜੀ। ਇਹਦੇ ਬਾਰੇ ਜਾਂਦੇ ਜਾਂਦੇ ਕੀ ਜਾਣਕਾਰੀ ਸਾਂਝੀ ਕਰੋਗੇ? ਇਹ ਬਿਲਕੁਲ ਜੀ, ਜਦੋਂ ਸਿੱਧੂ ਸਾਹਿਬ ਭਾਜਪਾ ਤੋਂ ਅਲੱਗ ਹੋਏ, ਉਹਨਾਂ ਨੇ ਕੱਲ ਆਪਣੀ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਮੈਨੂੰ 2000 ਰੁਪਇਆ ਦੇਣ ਦੀ ਆਫਰ ਹੋਈ ਸੀ ਕਿ ਨਵੀਂ ਪਾਰਟੀ ਖੜੀ ਕਰ ਦਿਓ ਜੀ। ਚੌਥੀ ਵੱਡੀ ਪਾਰਟੀ ਖੜੀ ਕਰਦੇ, ਕਿਉਂਕਿ ਤੁਹਾਡਾ ਨਾਮ ਆ, ਲੋਕ ਤੁਹਾਨੂੰ ਪਿਆਰ ਕਰਦੇ, ਤੁਹਾਨੂੰ ਦੇਸ਼ ਦੇ ਹਰ ਸ਼ਹਿਰ ਤੇ ਹਰ ਪਿੰਡ 'ਚ ਬੰਦੇ ਮਿਲ ਜਾਣੇ ਜੀ। ਲੇਕਿਨ ਉਹਨਾਂ ਨੇ ਕਹਿਤਾ ਸੀ ਜੀ ਮੈਂ ਬਿਲਕੁਲ ਵੀ ਪਾਰਟੀ ਨਹੀਂ ਖੜੀ ਕਰੀ, ਆਪਣਾ 2000 ਕਰੋੜ ਸੰਭਾਲ ਕੇ ਰੱਖੋ, ਮੈਂ ਆਪਣਾ ਕੰਮ ਕਰ ਰਿਹਾ, ਮੈਂ ਪੰਜਾਬ ਦੇ ਲੋਕਾਂ ਲਈ ਜੰਮਿਆ, ਪੰਜਾਬ ਦੇ ਵਿਕਾਸ ਦੀ ਗੱਲ ਕਰੂ, ਪੰਜਾਬ ਦੀ ਹਰ ਜੰਗ ਲੜੂ ਬਕਾਇਦਾ ਜੀ। ਇਸ ਕਰਕੇ ਉਹਨਾਂ ਦੇ ਮੁਤਾਬਕ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਇਹ ਗੱਲ ਸਹੀ ਕਹੀ ਗਲਤ ਕਹੀ ਹੈ, ਜਿਹੜੀ ਜੋ ਮੈਂ ਸੁਣਿਆ ਤੁਹਾਨੂੰ ਉਹੀ ਗੱਲ ਕਰ ਰਿਹਾ। ਉਹਨਾਂ ਨੇ ਇਹ ਵੀ ਗੱਲ ਕਹੀ ਵੀ ਵੇਖੋ ਜਿਹੜੀ ਕਰਪਸ਼ਨ ਆ ਉਹ ਸਾਡੇ ਦੇਸ਼ ਨੂੰ ਜੀ ਭਣੂ ਖਾ ਰਹੀ ਹੈ ਜੀ। ਜਿੰਨਾ ਚ ਅਸੀਂ ਕਰਪਸ਼ਨ ਨੂੰ ਦੂਰ ਨਹੀਂ ਕਰਦੇ ਉਹਨਾਂ ਚ ਸਾਡੇ ਪੱਲੇ ਕੱਖ ਨਹੀਂ ਪੈਂਦਾ, ਕੋਈ ਦੋ ਰਾਵਾਂ ਨਹੀਂ ਹੈਗੀਆਂ ਜੀ। ਉਹਨਾਂ ਇਹ ਵੀ ਗੱਲ ਕਹੀ ਕਿ ਮੈਂ ਗਿਆ ਵਾ, ਮੈਂ ਹਰ ਜਿਹੜੀ ਆ ਨਕਲੇ ਦੇ ਮਾਤਾ ਦੇ ਸਾਲ ਚ 2 ਦਿਨ ਛੁੱਟੇ ਹੁੰਦੇ ਜਿਹਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਮੈਂ ਮਾਤਾ ਦੇ ਬਕਾਇਆ ਤੌਰ ਤੇ ਗਿਆ ਤੇ ਮਾਤਾ ਜਾ ਕੇ ਮੱਥਾ ਟੇਕ ਕੇ ਉੱਥੇ ਆਰਤੀ ਸ਼ਾਮਲ ਹੋ ਕੇ ਮੇਰੀ ਆਪਣੀ ਸ਼ਰਧਾ ਵਾ ਜੀ। ਕਿਸੇ ਨੂੰ ਕੀ ਤਕਲੀਫ ਇਹਦੇ ਚ ਕੋਈ ਹੈਗੀ ਵੀ ਤਕਲੀਫ ਦੱਸ ਦਿਓ ਤੁਸੀਂ ਮੈਨੂੰ। ਉਹਨੇ ਬਾਦਲਾਂ ਦੇ ਇਹਨਾਂ ਤੇ ਬੜੇ ਸੰਗੀਨ ਦੋਸ਼ ਲਾਏ। ਉਹਨੇ ਕਿ ਵੀ ਕਿਰਪਾਨ ਦੀ ਧਾਰ ਦੇ ਉੱਤੇ ਬੰਦੂਕ ਦੀ ਨੋਕ ਤੇ ਇਹਨਾਂ ਦੀਪ ਟਰਾਂਸਪੋਰਟ ਤੇ ਜਿਹੜੀ ਬੰਦੂਕ ਦੀ ਟਰਾਂਸਪੋਰਟ ਉਹ ਬੰਦੂਕ ਦੀ ਨੋਕ ਤੇ ਹੋਈ ਇਹਨਾਂ ਲੋਕਾਂ ਕੋਲੋਂ ਜੀ। ਉਹ ਕਹਿੰਦੇ ਜੁਝਾਰਪੁਰ ਟਰਾਂਸਪੋਰਟ ਇਹਨਾਂ ਦਾ ਫਾਈਨਾਂਸਰ ਹੈ ਗੁਰਦੀਪ ਸਿੰਘ, ਕਿਹਨੂੰ ਨਹੀਂ ਪਤਾ ਇਸ ਗੱਲ ਦਾ ਜੀ। ਇਸ ਕਰਕੇ ਜਿਹੜਾ ਉਹ ਕਹਿੰਦੇ ਵੀ ਜਿਹੜੀ ਇਹਨਾਂ 10 ਸਾਲ ਗੁੰਡਾਗਰਦੀ ਕੀਤੀ ਹੈ ਨਾ ਪੰਜਾਬ ਦੇ ਵਿੱਚ ਜੀ, ਉਹਨੂੰ ਮੈਂ ਗੁੰਡਾਗਰਦੀ ਨਹੀਂ ਹੋਣ ਦੇਣੀ, ਜੋ ਮਰਜ਼ੀ ਵੇ ਗੁੰਡਾਗਰਦੀ ਚੰਗੀ ਤਰ੍ਹਾਂ ਬੰਦ ਕਰਾਵਾਂਗੇ। ਉਹਨਾਂ ਨੂੰ ਪੁੱਛਿਆ ਤੁਹਾਡੀ ਪਤਨੀ ਤੇ ਕੁਝ ਹੋਰ ਕਹੀ ਜਾਂਦੀ ਆ, ਤੁਹਾਡੀ ਬੇਟੀ ਕੋਈ ਕਈ ਹੋ ਜਾਂਦੀ ਆ। ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਸਪਸ਼ਟ ਕਰਦਿਆਂ ਵੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਪੁੱਛਿਆ ਗਿਆ ਸੀ ਬੀਬੀ ਡਾਕਟਰ ਨਵਜੋਤ ਕੌਰ ਸਿੱਧੂ ਦੀ ਬੀਬੀ ਜੀ ਤੁਸੀਂ ਜੇ ਤੁਹਾਨੂੰ ਆਹ ਜ਼ਿੰਮੇਵਾਰੀ ਸੌਂਪੇ ਕਾਂਗਰਸ ਤੁਸੀਂ ਕਰੋਗੇ ਕੰਮ? ਕਹਿੰਦੀ ਮੈਂ ਕਾਂਗਰਸ ਬੜੀ ਦੇਰ ਦੀ ਛੱਡ ਚੁੱਕੀ ਹਾਂ ਜੀ। ਜੇ ਕਾਂਗਰਸ ਤੁਸੀਂ ਛੱਡ ਦਿੱਤੀ ਫਿਰ ਜੋ ਮਰਜ਼ੀ ਕਹੀ ਜੋ। ਉਹਨਾਂ ਆਪਣੀ ਘਰ ਦੇ ਨਾਲ ਨੋਨੀ ਲਿਆ, ਛੋਟਾ ਨਾਲ ਲਿਆ। ਉਹ ਕਹਿੰਦੀ ਨੋਨੀ ਨੇ ਜੋ ਕਿਹਾ ਉਹਦਾ ਮੈਂ ਕੋਈ ਜਵਾਬ ਨਹੀਂ ਦੇਣਾ, ਉਹਦੀ ਜ਼ਿੰਮੇਵਾਰ ਉਹ ਆਪਣੇ ਜਵਾਬ ਦੇਵੇ। ਮੇਰੀ ਬੇਟੀ ਨੇ ਕੀ ਕਿਹਾ ਉਹਦਾ ਜਵਾਬ ਨਹੀਂ ਦੇਣਾ। ਮੈਂ ਕਿਉਂ ਨਹੀਂ ਦੇਣਾ? ਇਸ ਕਰਕੇ ਵੀ ਮੇਰੀ ਬੇਟੀ ਆਪ ਬਾਲਗ ਹੈ, ਆਪਣਾ ਜਵਾਬ ਦੇ ਸਕਦੀ ਹੈ ਜੀ। ਤੁਸੀਂ ਮੈਨੂੰ ਮੇਰਾ ਪੁੱਛੋ ਮੈਂ ਤੁਹਾਨੂੰ ਪੂਰਾ ਜਵਾਬ ਦੇਵਾਂਗਾ। ਲੇਕਿਨ ਜਿਹੜੇ ਇਹਨਾਂ ਦੇ ਸਾਡੇ ਵਿਰੋਧੀ ਜਿਹੜੇ ਦੇ ਦੋਸ਼ ਆਉਂਦੇ ਉਹ ਬਿਲਕੁਲ ਨਿਰਮੂਲ ਹੈ। ਸਾਡੇ ਤੇ ਵੀ ਇੱਕ ਪੈਸੇ ਦੀ ਕਰਪਸ਼ਨ ਦੱਸੋ ਜੇ ਅਸੀਂ ਕੀਤੀ ਹੈ ਤੇ ਜਿਨ੍ਹਾਂ ਨੇ ਕੀਤੀ ਆ ਅਸੀਂ ਤਾਂ ਸ਼ਰਮ ਕਹਿੰਦੇ, ਜਿਹਨਾਂ ਡਰੱਗ ਵੇਚੀ ਆ, ਨਸ਼ੇ ਵੇਚੇ ਆ, ਭੋਦੇ ਨਾਲ ਸਾਂਝ ਸੀ ਜਿਹਦੇ ਨਾਂ ਸਾਹਮਣੇ ਆਏ ਉਹ ਕਿੱਥੇ ਨੇ ਅੱਜ? ਜਿਹੜੀ ਗੱਲ ਕਹਿੰਦੇ ਹੁੰਦੇ ਲੈ ਜਾ ਕੇ ਕਹਿੰਦੇ 23 ਤਰੀਕ ਤੋਂ ਬਾਅਦ ਮਜੀਠੀਆ ਬਕਾਇਦਾ ਤੌਰ ਤੇ ਪੁਲਿਸ ਦੀ ਹਿਰਾਸਤ ਹੋਏਗਾ ਤੇ ਫਿਰ ਜਿਹੜਾ ਪਤਾ ਲਿਖਿਆ ਹੁੰਦਾ ਵਾ ਉਹ ਲਿਖਿਆ ਹੁੰਦਾ ਜੀ ਆਇਆਂ ਨੂੰ ਤੇਰਾ ਇੰਤਜ਼ਾਰ ਇੱਕ ਦੇ ਪਾਸੇ ਲਿਖਿਆ ਹੁੰਦਾ ਜੀ। ਫਿਰ ਜਿਹੜਾ ਉਹ ਬਕਾਇਦਾ ਉੱਤੇ ਮਸ਼ੀਨੀ ਪਟਾ ਵਜੇਗਾ ਟਕ 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 ਕਰਕੇ ਜੀ। ਪੱਟੀ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਵੇ। ਤੁਹਾਡਾ ਅੱਜ ਦੀ ਚਰਚਿਤ ਖਬਰਾਂ ਤੇ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਬਰਾੜ ਸਾਹਿਬ, ਸ਼ੁਕਰੀਆ। ਇਹ ਸਨ ਸੀਨੀਅਰ ਜਰਨਲਿਸਟ ਜਸਬੀਰ ਸਿੰਘ ਜੀ ਪੱਟੀ। ਤੇ ਵੇਲਾ ਹੋ ਰਿਹਾ ਪ੍ਰੋਗਰਾਮ ਸ਼ਮਾਦਾਨ 'ਚ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਕਰਾਂਗੇ ਸੀਨੀਅਰ ਜਰਨਲਿਸਟ ਬਖਤੌਰ ਸਿੰਘ ਜੀ ਢਿੱਲੋਂ। ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ C ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ।
ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 408 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਨ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰੰਗ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਓ। ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਓ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਦੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਲੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਲੀ। ਕੁਇਕ ਟਰੱਕ ਲਿਓ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube. ਸ਼ਮਾਦਾਨ